नेक्स्ट है क्वेश्चंस बेस्ड ऑन सेकंड कंपैरिजन टेस्ट। सो साडा फर्स्ट क्वेश्चन है टेस्ट फॉर कन्वर्जेंस ऑफ इंटीग्रल 0 to infinity x क्यूब अपॉन 1 plus x होल पावर 5 dx। सो ਅਸੀਂ ਇਸ ਫੰਕਸ਼ਨ ਨੂੰ i ਲੈ ਲਿਆ, ਠੀਕ। i ਇਜ਼ ਇਕੁਅਲਸ ਟੂ ਦਿਸ ਇੰਟੀਗਰਲ। ਦੇਖੋ ਅਸੀਂ ਫਰਸਟ ਗੱਲ ਦੇਖਣੀ ਹੁੰਦੀ ਹੈ ਕਿ ਸਾਡੀ ਜਿਹੜੀ ਲੋਅਰ ਲਿਮਿਟ ਹੈ, ਬਿਕੋਜ਼ ਅਸੀਂ ਜਿਹੜਾ ਇੰਟੀਗਰਲ ਚੈੱਕ ਕਰਨਾ ਹੁੰਦਾ ਉਹ a to infinity ਚੈੱਕ ਕਰਨਾ ਹੈ। ਸੋ ਸਾਡੀ ਲੋਅਰ ਲਿਮਿਟ ग्रेटर दैन 0 ही रखनी है सी। सो ਅਸੀਂ चेक कर लिए कि ये ਜਿਹੜੀ लोअर लिमिट है ये पॉइंट ऑफ डिसकंटिन्यूटी ਤਾਂ ਨਹੀਂ ਬਣ ਰਹੀ। मतलब ਜਦੋਂ ਅਸੀਂ ਇਸ ਲੋਅਰ ਲਿਮਿਟ ਨੂੰ ਫੰਕਸ਼ਨ ਚ ਪੁੱਟ ਕਰੀਏ ਕਿਤੇ ਸਾਡਾ ਫੰਕਸ਼ਨ ਇਨਫਿਨਿਟੀ ਦਾ ਨਹੀਂ ਬਣ ਰਿਹਾ। ਅਸੀਂ ਚੈੱਕ ਕੀਤਾ x ਦੀ ਜਗ੍ਹਾ ਤੇ ਅਸੀਂ 0 ਫਿਲ ਕੀਤਾ, 0 x ਦੀ ਜਗ੍ਹਾ ਤੇ 0 ਫਿਲ ਕਰਕੇ ਦੇਖਿਆ 0 ਕਿਊਬ अपॉन 1 plus 0 ਸਾਡੇ ਕੋਲ ਕਿੰਨਾ ਆ ਰਿਹਾ, 0 ਆ ਰਿਹਾ। therefore 0 is not a point of discontinuity। ਅਗਰ 0 ਸਾਡਾ discontinuity ਦਾ ਪੁਆਇੰਟ ਨਹੀਂ ਬਣ ਰਿਹਾ then ਅਸੀਂ ਇਸ ਇੰਟੀਗਰਲ ਨੂੰ ਬ੍ਰੇਕ ਕਰ ਸਕਦੇ ਹਾਂ 0 to 1 plus 1 to infinity। ਸੋ ਅਗਰ ਸਾਡੇ ਕੋਲ ਕੋਈ ਵੀ ਇੰਟੀਗਰਲ 0 to ਆਂਦਾ ਹੈ ਤਾਂ ਅਸੀਂ 0 ਨਹੀਂ greater than 0 ਕੋਈ ਪੁਆਇੰਟ ਤੇ ਉਹਨੂੰ ਬ੍ਰੇਕ ਕਰ ਲੈਣਾ ਹੈ। ਸੋ ਅਸੀਂ ਦੇਖ ਲੈਣਾ ਹੈ ਕਿ ਕਿਤੇ ਇਨਫਾਈਨਾਈਟ ਡਿਸਕੰਟੀਨਿਊਟੀ ਤਾਂ ਨਹੀਂ ਬਣ ਰਿਹਾ। ਅਗਰ ਨਹੀਂ ਬਣ ਰਿਹਾ then ਅਸੀਂ ਇਹਨੂੰ ਬ੍ਰੇਕ ਕਰ ਸਕਦੇ ਹਾਂ 0 to 1 1 to infinity। और इन्हों सी i1 लिख लिया, दूसरे वाले इंटीग्रल नु i2। सो i1 साडे कोल क्या बनया, i1 इज प्रॉपर इंटीग्रल। और सानू पता है प्रॉपर इंटीग्रल ऑलवेज की हुंदा है, कन्वर्जेंट हुंदा है। सो i1 तो कन्वर्जेंट हो गया सी। कन्वर्जेंस हुन चेक केदी करनी है, i2 दी। सो नाउ वी डिस्कस कन्वर्जेंस ऑफ i2 at infinity। ਅਸੀਂ i2 ਦੀ ਕਨਵਰਜੈਂਸ ਚੈੱਕ ਕਰਾਂਗੇ ਇਨਫਿਨਿਟੀ ਤੇ, ਠੀਕ ਹੈ। ਹਾਂਜੀ ਅਸੀਂ i2 ਦੀ ਕਨਵਰਜੈਂਸ ਲਈ i2 ਲੈ ਲਿਆ, i2 which is equals to 1 to infinity x cube upon 1 plus x ਦੀ whole power 5 dx। ਇਦਾਂ ਦੇ ਕੁਐਸਚਨ 'ਚ ਅਸੀਂ ਆਪਣਾ ਸੈਕੰਡ ਕੰਪੈਰੀਜ਼ਨ ਟੈਸਟ ਹੀ ਅਪਲਾਈ ਕਰਦੇ ਹਾਂ। ਸੋ ਇਹਦੇ ਸੈਕੰਡ ਕੰਪੈਰੀਜ਼ਨ ਟੈਸਟ ਦੇ ਅਕੋਰਡਿੰਗ ਸਾਨੂੰ ਦੋ ਫੰਕਸ਼ਨ ਚਾਹੀਦੇ, ਇੱਕ fx ਐਂਡ ਦੂਸਰਾ phi-x। ਸੋ fx ਤਾਂ ਅਸੀਂ ਉਹੀ ਮੰਨਣਾ ਹੁੰਦਾ ਹੈ ਜੋ ਸਾਡਾ ਇੰਟੀਗ੍ਰੈਂਡ ਹੁੰਦਾ ਹੈ। ਸੋ ਮਤਲਬ ਜੋ ਸਾਨੂੰ ਫੰਕਸ਼ਨ ਗਿਵਨ ਹੋਏਗਾ ਉਹ ਸਾਰੇ ਦਾ ਸਾਰਾ ਫੰਕਸ਼ਨ ਅਸੀਂ ਕੀ ਲੈ ਲੈਣਾ ਹੈ, fx। ਹੁਣ ਦੇਖੋ phi-x ਵੀ ਅਸੀਂ ਇਹਦੇ ਵਿੱਚੋਂ ਹੀ ਚੂਜ਼ ਕਰਨਾ ਹੁੰਦਾ fx ਚ। ਸੋ phi-x ਚੂਜ਼ ਕਰਨ ਲਈ ਅਸੀਂ ਇਹਨੂੰ ਸੋਲਵ ਕਰਾਂਗੇ। ਥੋੜਾ ਸੋਲਵ ਕਰਨ ਲਈ ਅਸੀਂ ਕੀ ਕਰਾਂਗੇ, ਡਿਨੋਮੀਨੇਟਰ ਵਿੱਚੋਂ ਮੈਕਸਿਮਮ x ਦੀ ਪਾਵਰ ਬਾਹਰ ਨਿਕਾਲਾਂਗੇ। ਹੁਣ ਦੇਖੋ ਇਹਦੇ ਕੋਲ x ਦੀ ਕਿੰਨੀ ਪਾਵਰ ਮੈਕਸਿਮਮ ਬਾਹਰ ਨਿਕਲ ਸਕਦੀ, ਬਿਕੋਜ਼ ਇਹਦਾ ਹੋਲ ਪਾਵਰ 5 ਹੈ। ਸੋ ਅਸੀਂ ਕੀ ਕੀਤਾ, ਡਿਨੋਮੀਨੇਟਰ ਵਿੱਚੋਂ ਬ੍ਰੈਕਟ ਦੇ ਅੰਦਰੋਂ x ਨੂੰ ਕਾਮਨ ਨਿਕਾਲ ਲਿਆ, ਅੰਦਰ ਆ ਗਿਆ 1 by x plus 1 ਦੀ ਹੋਲ ਪਾਵਰ 5 ਸਾਡੇ ਕੋਲ ਐਜ਼ ਇਟ ਇਜ਼ ਬਾਹਰ ਪਿਆ। ਸੋ ਇਹ ਕੀ ਬਣ ਗਿਆ, fx which is equals to x cube। so देखो ਇਹਦੀ ਪਾਵਰ 5 ਹੋ ਕੇ ਬਾਹਰ ਆਏਗੀ, x ਦੀ ਪਾਵਰ 5 अंदर आ जाएगा ब्रैकेट 1 by x plus 1 ਦੀ होल पावर 5। सो ਅਸੀਂ मैक्सिमम पावर बाहर निकाली, ਹੁਣ कैंसल कर ਦਿਓ। सो ਸਾਡੇ ਕੋਲ क्या बचिया 1 upon x square 1 by x plus 1 ਦੀ होल पावर 5। सो ਹੁਣ ਅਸੀਂ ਇਹਦੇ ਵਿੱਚੋਂ phi-x ਕਿਹਨੂੰ ਚੂਜ਼ ਕਰਨਾ। ਦੇਖੋ ਇਦਾਂ ਦੇ ਹਰੇਕ ਕੁਐਸਚਨ ਵਿੱਚ phi-x ਨੂੰ ਚੂਜ਼ ਕਰਨ ਦਾ ਮੈਥਡ ਸੇਮ ਹੈ। ਸੋ ਤੁਸੀਂ ਡਿਨੋਮੀਨੇਟਰ ਵਿੱਚੋਂ ਮੈਕਸਿਮਮ x ਦੀ ਪਾਵਰ ਨਿਕਾਲ ਲੈਣੀ, ਨਿਊਮੀਨੇਟਰ ਵਿੱਚੋਂ ਮੈਕਸਿਮਮ x ਦੀ ਪਾਵਰ ਨਿਕਾਲ ਲੈਣੀ। ਦੋਨਾਂ ਨੂੰ ਕੈਂਸਲ ਕਰਕੇ ਜੋ ਬਾਕੀ ਰਿਮੇਨਿੰਗ ਬਚਿਆ ਡਿਨੋਮੀਨੇਟਰ 'ਚ ਉਹ ਸਾਡਾ ਕੀ ਆ ਜਾਏਗਾ, phi-x। ਸੋ ਧਿਆਨ ਦਿਓ ਇੱਥੇ phi-x ਅਸੀਂ ਕਿਹਨੂੰ ਲਿਖ ਰਹੇ ਹਾਂ, phi-x equals to 1 upon x square। ਐਲਜੈਬਰਾਇਕ ਫੰਕਸ਼ਨ 'ਚ phi-x ਦੀ ਫਾਰਮ 1 upon x ਦੀ ਪਾਵਰ ਹੋਏਗੀ। ਪਾਵਰ ਕੁਝ ਵੀ ਹੋ ਸਕਦੀ, 1 2 3 ਕੁਝ ਵੀ, ਜੋ ਵੀ ਇਹਨੂੰ ਹਾਈਐਸਟ ਨਿਊਮਰੇਟਰ ਚੋਂ ਹਾਈਐਸਟ ਡਿਗਰੀ ਕੱਢ ਲੈਣੀ, ਡਿਨੋਮੀਨੇਟਰ ਚੋਂ ਹਾਈਐਸਟ ਪਾਵਰ ਕੱਢ ਲੈਣੀ। ਦੋਨਾਂ ਨੂੰ ਕੈਂਸਲ ਕਰਕੇ ਜੋ ਬਚਿਆ ਉਹ ਸਾਡਾ ਕੀ ਆ ਜਾਏਗਾ, phi-x। ਸੋ fx ਪੂਰੇ ਦਾ ਪੂਰਾ ਫੰਕਸ਼ਨ, phi-x ਤੁਸੀਂ ਇਸ ਤਰ੍ਹਾਂ ਚੂਜ਼ ਕਰ ਲੈਣਾ। ਸੋ phi-x ਆ ਗਿਆ 1 by x square। ਹੁਣ ਸੈਕਿੰਡ ਕੰਪੈਰੀਜ਼ਨ ਟੈਸਟ ਦੇ ਅਕੋਰਡਿੰਗ ਅਸੀਂ ਕੀ ਕਰਨਾ ਹੈ, fx upon phi-x ਲਿਮਿਟ x approaches to infinity। ਅਸੀਂ ਲਿਮਿਟ ਲੈ ਲੈਣੀ x approaches to infinity fx upon phi-x। yes limit x approaches to infinity fx कौन है, 1 by x square
1 upon x plus 1 ਦੀ ਪਾਵਰ 5 होल डिवाइडेड बाय 5x कितना है 1 अपॉन एक्स स्क्वायर। सो सॉल्व करके साडे कोल आ जाएगा लिमिट x अप्रोचेस टू इनफिनिटी 1 बाय एक्स स्क्वायर 1 अपॉन x प्लस 1 दी होल पावर 5। हाँ जी इत्थे आ जाएगा एक्स स्क्वायर ना एक्स स्क्वायर कैंसल। हाँ जी हुण अगर असीं इत्थे लिमिट इनफिनिटी पुट भी कर दिंने दैन इस फंक्शन नूं कोई प्रॉब्लम नहीं, ਇਹ फाइनाइट वैल्यू ही देगा। यस इत्थे असीं इनफिनिटी पुट कीती सो साडे कोल आ जाएगा 1 अपॉन 1 बाय इनफिनिटी प्लस 1 दी होल पावर 5। सो साडे कोल आ जाएगा 1 अपॉन 0 प्लस 1 दी पावर 5। सो साडा लिमिट x अप्रोचेस टू इनफिनिटी fx अपॉन 5x सॉल्व करके आंसर आ गया 1 विच इज नॉट इक्वल्स टू 0 नॉट इनफिनिटी। ना तो यह 0 आया ना इनफिनिटी आया। सो साडा सैकेंड कंपैरिजन टेस्ट दे विच असीं स्टडी कीता है कि अगर साडी वैल्यू इस एक्सप्रैशन दी फाइनाइट आए दैन देयरफॉर by practical comparison test zero to infinity fx dx and 0 to infinity phi x dx behave alike। दोनों का बिहेवियर क्या होंदा है सेम होंदा है बाय प्रैक्टिकल कंपैरिजन मतलब सैकेंड कंपैरिजन टेस्ट साडा कहंदा है। सो दोनों का बिहेवियर हुण सेम होएगा। हुण चैक करिए कि फाई का बिहेवियर की है, जो फाई का बिहेवियर होएगा उही साडा एफ एक्स का बिहेवियर होएगा। सो नाउ असीं चैक करन लगे फाई का बिहेवियर। नाउ साडे कोल फाई एक्स क्या है बट इंटीग्रल 0 टू इनफिनिटी फाई एक्स डी एक्स विच इज इक्वल्स टू 0 टू इनफिनिटी फाई एक्स असीं चूज किया 1 बाय एक्स स्क्वायर। हाँ जी हुण इत्थे असीं अपना यूजफुल रिजल्ट निकालना है। यूजफुल रिजल्ट साडे कोल क्या सी, असीं यूजफुल रिजल्ट लिखिया सी ए टू इनफिनिटी ए ग्रेटर दैन 0 होना चाहिए। इस तरह का इंटीग्रल कन्वर्ज करता है अगर पी की होए ग्रेटर दैन 1 एंड डाइवर्ज करता है अगर पी की होए लेस दैन इक्वल्स टू 1। हियर पी इज व्हाट, पी इज द पावर ऑफ एक्स। सो असीं देखना इत्थे साडे कोल इत्थे पी कितना है 2। हियर पी दी वैल्यू साडे कोल कितनी आ रही 2 विच इज ग्रेटर दैन 1। देयरफॉर साडे कोल 0 नहीं है 1 2 है। देयरफॉर 1 टू इनफिनिटी फाई एक्स डी एक्स एक ही करेगा साडे कोल कन्वर्ज करेगा। सो तुसी इत्थे भी करैक्ट कर लेना है। इत्थे साडे कोल 0 नहीं सी असी 1 लिया सी 1 टू इनफिनिटी फाई एक्स डी एक्स। इत्थे भी आ जाएगा 1 टू इनफिनिटी फाई एक्स डी एक्स कन्वर्जेस। देयरफॉर 1 to infinity fx dx is also converged। अगर ये भी कन्वर्ज कर गया देयरफॉर अपनी फर्स्ट इक्वेशन के अकॉर्डिंग साडे कोल I1 भी कन्वर्ज कर गया I2 भी कन्वर्ज कर गया। सो असीं लिख सकते हैं 0 to infinity x क्यूब अपॉन 1 प्लस एक्स दी होल पावर 5 dx कन्वर्जेंट। सो असीं लिख दिता दिस इंप्लाइज इंटीग्रल 0 to infinity x cube upon 1 plus x the whole power 5 dx is also convergent। ठीक है नेक्स्ट है साडे कोल सेकंड क्वेश्चन आई है उहदे विच 1 to infinity dx upon 1 plus x root x। सो इहदे विच तां है ही साडे कोल ग्रेटर दैन 0 है। सो इहनूं ब्रेक करन दी जरूरत नहीं है। सो असीं इहदी इनफिनिटी दे कन्वर्जेंस चेक करने लिए एफ एक्स लेना। एफ एक्स साडे कोल आ जाएगा जो पूरा फंक्शन गिवन है 1 अपॉन 1 प्लस एक्स अंडर रूट एक्स। हुण इहनूं असीं सॉल्व करके लिख लिया। न्यूमरेटर तो एक्स की कोई पावर है ही नहीं, डिनोमीनेटर चो मैक्सिमम पावर लिखनी है कि कितनी बनती है। देखो अगर असीं ब्रैकेट वाली टर्म चो भी एक्स कॉमन निकालीए सो साडे कोल एक्स कॉमन आ जाएगा, अंदर आ जाएगा 1 प्लस 1 बाय एक्स अंडर रूट एक्स। सो पावर्स कलेक्ट करो डिनोमिनेटर्स कितनी आएगी 1 बाय एक्स दी पावर 3 बाय 2 1 प्लस 1 बाय एक्स।
सो हेयर फाई क्या आएगा साडे कोल, फाई एक्स आ जाएगा साडे कोल 1 अपॉन एक्स दी पावर 3/2। सो एफ एक्स आ गया, फाई एक्स आ गया। नाउ असी क्या चेक करना है, लिमिट एक्स अप्रोचेस टू इनफिनिटी एफ एक्स अपॉन फाई एक्स। सो साडे कोल दोनों ਨੂੰ डिवाइड कर लांगे 1 अपॉन एक्स दी पावर 3/2 1 प्लस 1/x अपॉन 1 अपॉन एक्स दी पावर 3/2। एक्स दी पावर 3/2 कैंसल होके आ जाएगा 1 प्लस 1/x। लिमिट x अप्रोचेस टू इनफिनिटी, लिमिट x अप्रोचेस टू इनफिनिटी। ਹੁਣ ਜਦੋਂ x ਨੂੰ ਇਨਫਿਨਿਟੀ ਪੁੱਟ ਕੀਤਾ 1/∞ 0। ਸੋ ਸਾਡੇ ਕੋਲ ਲਿਮਿਟ x ਅਪਰੋਚेस ਟੂ ਇਨਫਿਨਿਟੀ fx by phi x आ जाएगा 1 because 1 plus which is not equals to 0, not infinity. Therefore by practical comparison test दोनों का बिहेवियर सेम होएगा। इंटीग्रल 1 to infinity fx dx and इंटीग्रल 1 to infinity phi x dx की करेंगे बिहेव अलाइक। बिहेव अलाइक मतलब अगर एक डाइवर्जेंट है दैन दूसरा डाइवर्जेंट, अगर एक कन्वर्जेंट है दैन दूसरा भी कन्वर्जेंट। हाँ जी, बट 1 to infinity phi x dx, यस फाई एक्स साडे कोल इत्थे है 1 अपॉन एक्स दी पावर 3/2। हेयर पी साडे कोल है 3/2 विच इज ग्रेटर देन 1। सो साडा इंटीग्रल 1 टू इनफिनिटी फाई एक्स डी एक्स की करेगा, कन्वर्ज करेगा। अगर ये कन्वर्ज करेगा दिस इंप्लाइज इंटीग्रल 1 टू इनफिनिटी एफ एक्स डी एक्स की होएगा, कन्वर्जेंट होएगा। सो इस टाइप के क्वेश्चन ਦੇ ਵਿੱਚ ਅਸੀਂ fx एंड phi x चूज करके लिमिट लैके दैन फाई का ਜਿਹੜਾ इंटीग्रल ਉਹ ਅਸੀਂ अपना यूजफुल रिजल्ट ਦੇ ਨਾਲ देख लेना कि कन्वर्ज करेगा कि डाइवर्ज करेगा। नेक्स्ट है एग्जाम्पल नंबर 2, एग्जामिन द कन्वर्जेंस ऑफ इंटीग्रल 0 to infinity 1/x minus 1 sin hyperbolic x dx अपॉन x। देखो मैं ਤੁਹਾਨੂੰ ਪਹਿਲਾਂ ਹੀ ਕਿਹਾ कि ਆਲਮੋਸਟ ਸਾਰੇ ਕੁਐਸਚਨ ਅਸੀਂ ਸੈਕਿੰਡ ਲਿਮਿਟ ਮੈਥਡ ਨਾਲ ਹੀ ਸੋਲਵ ਕਰ ਲੈਣੇ। ਸੋ ਇਹ ਵੀ ਕੁਐਸਚਨ ਅਸੀਂ ਸੈਕਿੰਡ ਕੰਪੈਰੀਜ਼ਨ ਟੈਸਟ ਨਾਲ ਸੋਲਵ ਕਰਾਂਗੇ। ਯੈਸ ਲੈਟ i ਵਿਚ ਇਜ਼ ਇਕੁਅਲਸ ਟੂ, ਅਸੀਂ ਇਹਨੂੰ i ਸਪੋਜ਼ ਕਰ ਲਿਆ 1 to infinity 1/x minus 1 upon sin hyperbolic x dx by x। here fx ਸਾਡੇ ਕੋਲ ਹੈ 1/x minus 1 upon sin hyperbolic x into 1/x। x भी है देखो नीचे। सो सारे दे सारे फंक्शन ਨੂੰ ਅਸੀਂ ਕੀ ਲੈ ਲਿਆ fx। ਹੁਣ phi x ਚੂਜ਼ ਕਰਨ ਤੋਂ ਪਹਿਲਾਂ ਅਸੀਂ ਲਿਮਿਟ ਦੇਖਣੀ ਹੈ ਇਹਦੀ 0 ਤੇ ਕਿ 0 ਤੇ ਜਿਹੜਾ ਸਾਡਾ ਫੰਕਸ਼ਨ ਹੈ ਉਹ ਡਿਸਕੰਟੀਨਿਊਸ ਤਾਂ ਨਹੀਂ ਬਣ ਰਿਹਾ। ਸੋ ਉਹ ਚੈੱਕ ਕਰਨ ਲੱਗੇ ਪਹਿਲਾਂ ਤਾਂ ਕਿ ਅਸੀਂ ਇਸ ਲਿਮਿਟ ਨੂੰ ਬ੍ਰੇਕ ਕਰ ਲਈਏ। ਸੋ ਅਸੀਂ ਪਹਿਲਾਂ ਚੈੱਕ ਕੀਤੀ ਲਿਮਿਟ x approaches to 0 fx, मतलब अगर असी x ਦੇ ਵਿੱਚ fx ਦੇ ਵਿੱਚ x ਨੂੰ 0 ਫਿਲ ਕਰੀਏ ਦੈਨ ਸਾਡੀ ਜਿਹੜੀ ਲਿਮਟ ਹੈ ਉਹ ਕਿਆ ਬਣ ਰਹੀ ਹੈ। ਦੇਖੋ ਅਗਰ ਅਸੀਂ ਡਾਇਰੈਕਟ ਚੈੱਕ ਕਰੀਏ ਦੈਨ ਲਿਮਟ ਇਨਫਿਨਿਟੀ ਹੀ ਬਣ ਰਹੀ ਹੈ। ਸੋ ਅਸੀਂ ਇਹਨੂੰ ਸੋਲਵ ਕਰਕੇ ਦੇਖਣ ਲੱਗੇ ਹਾਂ ਲਿਮਿਟ x approaches to 0 ਕਿ ਅਸੀਂ ਇਹਨੂੰ ਰਿਮੂਵ ਕਰ ਸਕਦੇ ਹਾਂ। ਅਸੀਂ ਇਹਨੂੰ ਲਿਖ ਲਿਆ ਐਲਸੀਐਮ ਲੈ ਲਓ sin hyperbolic x minus x upon x into 1/x which is equals to limit x approaches to 0 sin hyperbolic x minus x upon x square। so ਸਾਡਾ ਫੰਕਸ਼ਨ ਇਹ ਬਣ ਗਿਆ। ਹੁਣ ਦੇਖੋ ਜੇ ਤੁਸੀਂ ਇੱਥੇ ਲਿਮਟ ਫਿਲ ਕਰੋਗੇ, ਸੌਰੀ ਨੀਚੇ sin hyperbolic x ਵੀ ਆਏਗਾ डिनोमिनेटर ਚ x square sin hyperbolic x। so ਸਾਡੇ ਕੋਲ fx ਆਇਆ limit x approaches to 0 fx equals to limit x approaches to 0 sin hyperbolic x minus x upon x square sin hyperbolic x ਇਹ ਆਏਗਾ। ਹੁਣ ਦੇਖੋ ਜਦ ਤੁਸੀਂ ਲਿਮਿਟ ਫਿਲ ਕੀਤੀ sin hyperbolic 0 is 0, 0 minus 0 0, डिनोमिनेटर च भी की आ जाएगा 0। सो साडी ਜਿਹੜੀ ਫਾਰਮ ਹੈ ਉਹ ਕੀ ਬਣ ਰਹੀ ਹੈ 0/0, दैट इज इनडिटर्मिनेंट फॉर्म बन रही है। इनडिटर्मिनेंट फॉर्म ਨੂੰ ਅਸੀਂ ਕਿੰਨਾ ਸੋਲਵ ਕਰਦੇ ਹਾਂ ਐਲ ਹੌਪਿਟਲ ਰੂਲ ਨਾਲ। ਬਟ ਉਹਨੂੰ ਲਗਾਉਣ ਤੋਂ ਪਹਿਲਾਂ ਅਸੀਂ ਇੱਕ ਹੋਰ ਰਿਜ਼ਲਟ ਸਟੱਡੀ ਕੀਤਾ ਹੈ
कि लिमिट x अप्रोचेस टू 0 साइन हाइपरबोलिक x अपॉन x कितना ਹੁੰਦਾ है 1। सो ਅਸੀਂ ਪਹਿਲਾਂ ਇਹ ਵਾਲੀ ਲਿਮਟ ਨੂੰ 1 ਕਰ ਦਈਏ। ਸੋ डिनोमीनेटर ਸਾਡੇ ਕੋਲ साइन हाइपरबोलिक x है। सो फर्स्ट ਅਸੀਂ ਇਹਨੂੰ ਰਿਮੂਵ ਕਰ ਦਈਏ साइन हाइपरबोलिक x माइनस x स्क्वायर। सो ਅਸੀਂ ਇੱਥੇ साइन हाइपरबोलिक x ਨੂੰ ਸਾਨੂੰ डिनोमीनेटर 'ਚ x ਚਾਹੀਦਾ। सो ਅਸੀਂ x ਨਾਲ मल्टीप्लाई कर लिया, x ਨਾਲ डिवाइड कर लिया। सो ये की आ जाएगा लिमिट x अप्रोचेस टू 0 साइन हाइपरबोलिक x माइनस x अपॉन x क्यूब और लिमिट x अप्रोचेस टू 0 साइन हाइपरबोलिक x अपॉन x। सो साडे को साइन हाइपरबोलिक x अपॉन x कितना हुंदा है 1। सो साडे को आ जाएगा लिमिट x अप्रोचेस टू 0 साइन हाइपरबोलिक x माइनस x अपॉन x क्यूब। ਹੁਣ ਅਗਰ ਅਸੀਂ ਫਿਰ ਲਿਮਟ ਪੁੱਟ ਕੀਤੀ ਤਾਂ ਸਾਡੇ ਕੋਲ ਫਿਰ ਕੀ ਬਣ ਰਹੀ ਹੈ 0/0 ਫਾਰਮ। ਸੋ 0/0 ਫਾਰਮ ਨੂੰ ਰਿਮੂਵ ਕਰਨ ਲਈ ਅਸੀਂ ਐਲ ਹੌਪੀਟਲ ਰੂਲ ਲਗਾਉਂਦੇ ਆ। ਐਲ ਹੌਪੀਟਲ ਰੂਲ ਕੀ ਹੁੰਦਾ ਹੈ ਨਿਊਮਰੇਟਰ ਦਾ ਡੈਰੀਵੇਟਿਵ ਅਲੱਗ ਕਰਦੇ ਆ डिनोमिनेटर ਦਾ ਅਲੱਗ। ਸੋ ਸਾਡੇ ਕੋਲ ਕੀ ਆਏਗਾ ਲਿਮਿਟ x ਅਪਰੋਚਸ ਟੂ 0 ਹਾਂਜੀ ਸਾइन ਹਾਈਪਰਬੋਲਿਕ ਦਾ ਡੈਰੀਵੇਟਿਵ cos ਹਾਈਪਰਬੋਲਿਕ -1 अपॉन 3x स्क्वायर आ जाएगा। सो फिर तो दोबारा साडे कोल कितनी फॉर्म बन रही cos हाइपरबोलिक 0 1 1 माइनस 1 0। सो फिर साडे कोल 0/0। सो फिर असीं इत्थे एल हॉपिटल रूल लगावांगे। यस एल हॉपिटल रूल मतलब फिर तुसी न्यूमरेटर दा डेरिवेटिव कर दो cos ਦਾ sin हाइपरबोलिक x 1 ਤਾਂ 0 बन जाएगा ਇਹਦਾ कितना आ जाएगा 6x आ जाएगा। ਹੁਣ देखो sin हाइपरबोलिक x अपॉन x 1/6 कांस्टेंट लिमिट x अप्रोचेस टू 0 sin हाइपरबोलिक x अपॉन x एक ही आ जाएगा 1/6 इंटू 1। सो आंसर इज 1/6। मतलब जो असी f(x) की लिमिट लैने x अप्रोचेस टू 0 सो साडे कोल फाइनाइट वैल्यू आंदी है। सो असी इत्थे लिख सकते हैं देयरफॉर 0 इज नॉट अ पॉइंट ऑफ इनफाइनाइट डिसकॉन्टिन्यूटी ऑफ f। सो साडे कोल 0 इनफाइनाइट डिसकॉन्टिन्यूटी का पॉइंट नहीं है। सो असी इहनूं छड्ड सकदे 0 नूं। सो असी अपने इंटीग्रल नूं ब्रेक कर सकदे 0 to 1 1 to इनफिनिटी। सो सिर्फ असी चैक करन लई कीता कि ये 0 साडा पॉइंट ऑफ इनफाइनाइट डिसकॉन्टिन्यूटी बन रहा जां नहीं। सो साडा जिहड़ा इंटीग्रल है 0 to इनफिनिटी 1/x माइनस 1 अपॉन साइन हाइपरबोलिक x dx अपॉन x ਨੂੰ ਅਸੀਂ ਲਿਖ ਸਕਦੇ ਹਾਂ 0 to 1 1/x माइनस 1 अपॉन साइन हाइपरबोलिक x dx by x प्लस 1 to इनफिनिटी 1/x माइनस 1 अपॉन साइन हाइपरबोलिक x dx by x। ठीक है। सो ये तो हुण साडा की बन गया प्रॉपर बन गया इंटीग्रल। प्रॉपर इंटीग्रल प्लस I2। हुण असी कन्वर्जेंस चेक करांगे I2 लई। यस साडे कोल I2 क्या है I2 है 1 to इनफिनिटी 1/x माइनस 1 by साइन हाइपरबोलिक x dx by x which is equals to 1 to इनफिनिटी साइन हाइपरबोलिक x माइनस x अपॉन x स्क्वायर साइन हाइपरबोलिक x dx। ਹੁਣ ਅਸੀਂ देखो ਇਹਦੇ ਵਿੱਚ fx ਤੇ φx ਲੈਣਾ ਹੈ। सो fx ਅਸੀਂ ਲੈ ਲਿਆ let fx ਦਾ ਸਾਡੇ ਕੋਲ ਸਾਰਾ ਇਹੀ ਵਾਲਾ ਫੰਕਸ਼ਨ ਆ ਜਾਏਗਾ साइन हाइपरबोलिक x माइनस x अपॉन x स्क्वायर साइन हाइपरबोलिक x ना ਹੁਣ ਅਸੀਂ ਇੱਥੇ φx ਚੂਜ਼ ਕਰਨਾ φx ਚੂਜ਼ ਇਹਦੇ ਵਿੱਚੋਂ ਹੀ ਕਰਨਾ। ਸੋ ਇਹਨੂੰ ਅਸੀਂ ਥੋੜਾ ਹੋਰ ਸੋਲਵ ਕਰ ਲਈਏ ਸਾइन ਹਾਈਪਰਬੋਲਿਕ x ਦੀ ਐਕਸਪੋਨੈਂਸ਼ੀਅਲ ਫਾਰਮ ਚ e ਦੀ ਪਾਵਰ x माइनस e ਦੀ ਪਾਵਰ माइनस x by 2 माइनस x डिवाइडेड by x स्क्वायर साइन हाइपरबोलिक x। सो ये साडे कोल की आ जाएगा इत्थे भी तुसी फॉर्म ਇਹਦੀ यूज कर ਲੈਣੀ e ਦੀ ਪਾਵਰ x माइनस e ਦੀ ਪਾਵਰ माइनस x डिवाइडेड by 2।
ਸੋ ਸਾਡੇ ਕੋਲ ਆ ਜਾਏਗਾ e ਦੀ ਪਾਵਰ x ਮਾਈਨਸ e ਦੀ ਪਾਵਰ x ਮਾਈਨਸ 2x अपॉन x 2 ਨਾਲ 2 कैंसिल हो जाएगा आ जाएगा ਸਾਡੇ ਕੋਲ x स्क्वायर e ਦੀ ਪਾਵਰ x ਮਾਈਨਸ e ਦੀ ਪਾਵਰ ਮਾਈਨਸ x ਸੋ ਨੈਕਸਟ ਅਸੀਂ LCM ਲੈ ਲੈਣਾ ਸੌਰੀ डिनोमिनेटर अलग कर दिता इस टर्म ਦੇ ਨਾਲ डिनोमिनेटर अलग लिख दिता e ਦੀ ਪਾਵਰ x ਮਾਈਨਸ e ਦੀ ਪਾਵਰ ਮਾਈਨਸ x डिवाइडेड बाय x स्क्वायर e ਦੀ ਪਾਵਰ x माइनस 2x डिवाइडेड बाय x स्क्वायर e ਦੀ ਪਾਵਰ x माइनस e ਦੀ ਪਾਵਰ माइनस x देयरफॉर e ਦੀ ਪਾਵਰ x कैंसिल हो गया सो साडे कोल आया 1 बाय x स्क्वायर माइनस 2x x स्क्वायर e ਦੀ ਪਾਵਰ x ਇਹਨੂੰ ਅਸੀਂ ਲਿਖ ਸਕਦੇ 1 upon e ਦੀ ਪਾਵਰ x e ਦੀ ਪਾਵਰ ਮਾਈਨਸ x ਨੂੰ ਸੋ ਸਾਡੇ ਕੋਲ ਆ ਜਾਏਗਾ 1 ਬਾय x स्क्वायर माइनस 2x ये एलसीएम लेके ऊपर चला जाएगा e ਦੀ पावर x नीचे आ जाएगा x स्क्वायर e ਦੀ पावर 2x माइनस 1 जो एलसीएम लेना e x का स्क्वायर मतलब e ਦੀ पावर 2x आ जाएगा माइनस 1 एक घूम के ऊपर चला जाएगा e ਦੀ पावर x सो साडे कोल आ गया e ਦੀ पावर 2x माइनस 1 नाउ x ना x कैंसल देयरफॉर साडे को फंक्शन क्या आ जाएगा fx आ गया साडे कोल 1 बाय x स्क्वायर माइनस 2e ਦੀ ਪਾਵਰ x अपॉन e ਦੀ ਪਾਵਰ 2x माइनस 1 ਹੁਣ ਦੇਖੋ ਇਹ ਤਾਂ ਸਾਡੇ ਕੋਲ fx ਆ ਗਿਆ ਹੁਣ ਅਸੀਂ phi x ਕੀ ਚੂਜ਼ ਕਰਨਾ phi x ਅਸੀਂ ਇਹਦੇ ਵਿੱਚੋਂ ਜਿਹੜੀ ਇੱਥੇ x ਵੀ ਆਏਗਾ phi x ਅਸੀਂ ਚੂਜ਼ ਕਰਨੀ ਇਹਦੇ ਵਿੱਚੋਂ मैक्सिमम x ਦੀ ਪਾਵਰ ਅਗਰ मैक्सिमम ਦੇਖੀਏ ਤਾਂ ਸਾਡੇ ਕੋਲ ਕਿੰਨੀ ਆਏਗੀ मैक्सिमम ਪਾਵਰ 1 ਬਾय x स्क्वायर आ रही सो 1 ਬਾय x स्क्वायर ਸਾਡੇ ਕੋਲ ਕੀ ਆ ਜਾਏਗਾ phi x ਸੋ ਇਹ ਤੁਸੀਂ ਉੱਪਰੋਂ ਵੀ ਵੈਸੇ ਚੂਜ਼ ਕਰ ਸਕਦੇ ਸੀ ਕਿ ਸਾਡੇ ਕੋਲ phi x ਕੀ ਆਏਗਾ 1 ਬਾय x स्क्वायर ठीक सो phi x आ गया 1 बाय x स्क्वायर नाउ ਅਸੀਂ ਲੈਣਾ ਲਿਮਿਟ x अप्रोचेस टू इन्फिनिटी fx अपॉन phi x सो आ जाएगा fx अपॉन phi x ਜਦੋਂ ਕਰਨਾ 1 बाय x स्क्वायर माइनस 2e ਦੀ ਪਾਵਰ x e ਦੀ ਪਾਵਰ 2x माइनस 1 अपॉन 1 बाय x स्क्वायर सो प्रो 1 बाय x स्क्वायर कॉमन निकाल लो आ जाएगा 1 माइनस 2x e ਦੀ ਪਾਵਰ x ਜਦੋਂ ਨੀਚੇ x स्क्वायर कॉमन निकालना तो साडे कोल आ जाएगा 1 माइनस 2x e ਦੀ ਪਾਵਰ x अपॉन 1 माइनस सॉरी e ਦੀ ਪਾਵਰ 2x माइनस 1 डिवाइडेड बाय 1 बाय x स्क्वायर 1 बाय x स्क्वायर ना 1 बाय x स्क्वायर कैंसल सो साडे कोल आ जाएगा 1 माइनस 2x e ਦੀ ਪਾਵਰ माइनस x अपॉन 1 माइनस e ਦੀ ਪਾਵਰ माइनस 2x e ਦੀ ਪਾਵਰ सॉरी 2x माइनस 1 सो साडे कोल आ जाएगा ये वाला फंक्शन लिमिट x अप्रोचेस टू इन्फिनिटी fx बाय phi x which is equals to limit x approaches to infinity हाँ जी ਹੁਣ ਸਾਡੇ ਕੋਲ क्या बनेगा ਇਸ ਤੋਂ ਬਾਅਦ ਹੁਣ ਇਹਦੀ ਵੈਲਿਊ ਅਸੀਂ ਚੈੱਕ ਕਰਨੀ ਕਿ ਫਾਈਨਾਈਟ ਆ ਰਹੀ ਕਿ ਕਿਉਂਕਿ 1 ਤੇ ਤਾਂ ਲਿਮਿਟ ਦਾ ਕੋਈ ਅਸਰ ਹੀ ਨਹੀਂ ਹੋਏਗਾ 1 ਮਾਈਨਸ ਲਿਮਿਟ x ਅਪਰੋਚਸ ਟੂ ਇਨਫਿਨਿਟੀ 2x e ਦੀ ਪਾਵਰ ਮਾਈਨਸ x e ਦੀ ਪਾਵਰ 2x ਮਾਈਨਸ 1 ਹੁਣ ਦੇਖੋ ਅਗਰ ਅਸੀਂ ਇੱਥੇ ਇਨਫਿਨਿਟੀ ਫਿਲ ਕਰਦੇ ਹਾਂ ਅਗਰ ਅਸੀਂ ਇਨਫਿਨਿਟੀ ਫਿਲ ਕਰਦੇ ਦੈਨ ਸਾਡੇ ਕੋਲ ਇਨਫਿਨਿਟੀ ਅਪੋਨ ਇਨਫਿਨਿਟੀ ਫਾਰਮ ਬਣ ਰਹੀ ਹੈ ਸੋ ਅਸੀਂ ਇਹਨੂੰ ਕੀ ਕਰਨਾ ਹੈ इनफिनिटी अपॉन इनफिनिटी भी ਅਸੀਂ एल हॉपिटल ਨਾਲ ਸੋਲਵ ਕਰਦੇ ਹਾਂ ਅਗਰ ਅਸੀਂ ਇਹਨੂੰ एल हॉपिटल ਨਾਲ ਰਫ ਚ ਸੋਲਵ ਕਰਕੇ ਦੇਖੀਏ ਜਦੋਂ ਅਸੀਂ ਇਹਦਾ ਫਰਸਟ ਡੈਰੀਵੇਟਿਵ ਲੈਣਾ ਹੈ ਫਰਸਟ ਡੈਰੀਵੇਟਿਵ ਕਰੋ ਉੱਪਰ ਵਾਲੇ ਦਾ 2 फर्स्ट u भी रूल लगेगा फर्स्ट डेरिवेटिव ऑफ सेकंड माइनस आ जाएगा माइनस सेकंड एज इट इज डेरिवेटिव ऑफ फर्स्ट सो साडे कोल आ जाएगा नीचे आ जाएगा e दी पावर 2x इंटू 2 आ जाएगा 2 ना 2 साडे कोल की हो जाएगा कैंसल सो साडे कोल आ जाएगा e दी पावर माइनस x दोनों चो e दी पावर माइनस x कॉमन आ जाएगी साडे कोल आ जाएगा 1 माइनस x डिवाइडेड बाय e दी पावर 2x सो साडे कोल आ जाएगा 1 माइनस x e दी पावर आ जाएगा 3x फिर तुसी अगेन साडे कोल की बन रही है इत्थे इनफिनिटी अपॉन इनफिनिटी फिर तुसी ਜਦੋਂ ਇਹਦਾ एल हॉपिटल ਨਾਲ ਡੈਰੀਵੇਟਿਵ ਕਰਨਾ ਇਹਦਾ 0 ਆ ਜਾਏਗਾ ਇਹਦਾ -1 और ਇਹਦਾ ਆ ਜਾਏਗਾ e ਦੀ ਪਾਵਰ 3x
ਜਦੋਂ ਹੁਣ ਦੇਖੋ ਤੁਸੀਂ ਇੱਥੇ ਇਨਫਿਨਿਟੀ ਫਿਲ ਕਰੋਗੇ, e ਦੀ ਪਾਵਰ ਇਨਫਿਨਿਟੀ ਇਜ਼ ਇਨਫਿਨਿਟੀ, 1 ਬਾਈ ਇਨਫਿਨਿਟੀ ਇਜ਼ 0, ਸੋ ਇਹ ਆਏਗਾ 1 ਬਾਈ ਇਨਫਿਨਿਟੀ ਇਜ਼ 0, मतलब साढ़े को आंसर आएगा 1 माइनस 0 विच इज इक्वल्स टू 1 विच इज फाइनाइट वैल्यू, फाइनाइट आ रही है। देयरफॉर बाय प्रैक्टिकल कंपैरिजन टेस्ट 1 to infinity phi x dx and 1 to infinity fx dx behave alike, दोनों का बिहेवियर सेम होएगा। नाउ साढ़े कोल 1 to infinity phi x dx की आ रहा, 1 to infinity phi x dx, 1 to infinity 1 by x square dx, here p is equals to 2 which is greater than 1, so साढ़े कोल ये की आ रहा कन्वर्जेंट, कन्वर्ज कर रहा, अगर ये कन्वर्ज कर रहा दिस इंप्लाइज 1 to infinity fx dx भी की करेगा, कन्वर्ज ही करेगा, सो ये भी की होएगा कन्वर्जेंट ही होएगा। सो जो साडा गिवन इंटीग्रल है I2 ओ की होएगा कन्वर्ज होएगा, I2 कन्वर्ज करेगा, अगर I2 कन्वर्ज कर रहा प्रॉपर इंटीग्रल भी कन्वर्ज करेगा, सो साडा ए वाला जिहड़ा इंटीग्रल है ए की होएगा कन्वर्जेंट होएगा, सो दिस इंटीग्रल इज कन्वर्जेंट।